ਅੱਖਾਂ ਮੂਰੇ ਰਹਿੰਦਾ ਹੈ ਰੜਕਦਾ ਸਦਾ ਛੱਡੀਏ ਨਾ ਬੈਰੀ ਨੂੰ। ਅੱਖਾਂ ਮੂਰੇ ਰੜਕਦਾ ਰਹਿੰਦਾ ਹੈ ਸਦਾ ਛੱਡੀਏ ਨਾ ਬੈਰੀ ਨੂੰ। ਚਾਰੇ ਪਾਸੋਂ ਮੈਨੂੰ ਹੋਣੀ ਘੇਰਾ ਕੱਤ ਕੇ ਚੱਕ ਲਿਆਈ ਗਹਿਰੀ ਨੂੰ। ਚਾਰੋਂ ਪਾਸੇ ਮੈਨੂੰ ਹੋਣੀ ਘੇਰਾ ਕੱਤ ਕੇ ਚੱਕ ਲਿਆਈ ਗਹਿਰੀ ਨੂੰ। ਮੜੀਆਂ ਤੇ ਮੇਲੇ ਲੱਗਦੇ ਲੋਕੀ ਨਾਂ ਲੈਂਦੇ ਨੇ। ਦਾਤਾ ਤੇ ਭਗਤ ਸੂਰਮਾ ਜਿਉਂਦੇ ਜਗ ਰਹਿੰਦੇ ਨੇ। ਦਾਤਾ ਤੇ ਭਗਤ ਸੂਰਮਾ ਮੜੀਆਂ ਤੇ ਮੇਲੇ ਲੱਗਦੇ ਲੋਕੀ ਨਾਂ ਲੈਂਦੇ ਨੇ। ਮੜੀਆਂ ਤੇ ਮੇਲੇ ਲੱਗਦੇ। ਹੁਣ ਆਪਾਂ ਪਹੁੰਚੇ ਹੋਏ ਹਾਂ ਜਿੱਥੇ ਬਾਬਾ ਸੁੱਚਾ ਸਿੰਘ ਸੂਰਮਾ ਦੀ ਸਮਾਧ ਬਣੀ ਹੈ। ਉਸ ਜਗ੍ਹਾ 'ਤੇ ਆਪਾਂ ਪਹੁੰਚੇ ਹਾਂ, ਤੁਹਾਨੂੰ ਅੰਦਰੋਂ ਦਰਸ਼ਨ ਵੀ ਕਰਾਵਾਂਗੇ। ਅਤੇ ਇਸ ਜਗ੍ਹਾ 'ਤੇ ਬਾਬਾ ਜੀ ਨੂੰ ਫਾਂਸੀ ਦਿੱਤੀ ਗਈ ਅਤੇ ਬਾਕੀ ਪਿੰਡ ਵਾਲੇ ਤੋਂ ਆਪਾਂ ਪੁੱਛਾਂਗੇ, ਉਹੀ ਦੱਸਣਗੇ ਤੁਹਾਨੂੰ ਸਾਰੀ ਸਟੋਰੀ। ਜਗਦੀਸ਼ ਜੀ, ਜੋ ਸਮਾਧ ਇੱਥੇ ਬਾਬਾ ਜੀ ਦੀ ਬਣੀ ਹੈ ਸੁੱਚਾ ਸੂਰਮਾ ਦੀ, ਇਹਦੇ ਬਾਰੇ ਜਾਣਕਾਰੀ ਦਿਓ ਜੀ। ਸਾਥੀਓ, ਜਿਹੜੀ ਇਹ ਸਮਾਧ ਇੱਥੇ ਬਣੀ ਹੈ ਨਾ, ਇਹ ਪਤਾ ਤਾਂ ਹੁਣ ਸਭ ਨੂੰ ਆ ਵੀ ਸੁੱਚੇ ਸੂਰਮੇ ਦੀ ਸਮਾਧ ਹੈ। ਇਤਿਹਾਸ ਇਹ ਵੀ ਕਹਿੰਦਾ ਵੀ ਇੱਥੇ ਇੱਕ ਜੰਡ ਸੀ, ਉਸ ਜੰਡ ਦੇ ਥੱਲੇ ਸੁੱਚੇ ਸੂਰਮੇ ਨੂੰ ਫਾਂਸੀ ਲਾਇਆ ਗਿਆ। ਫਾਂਸੀ ਲਾਉਣ ਵੇਲੇ ਇਤਿਹਾਸ ਇਹ ਕਹਿੰਦਾ ਵੀ ਇੱਥੇ ਇੱਕ ਇਸ ਪਰਿਵਾਰ ਕੋਲੇ ਗੱਡਾ ਹੁੰਦਾ ਸੀ। ਉਹ ਗੱਡੇ ਨੂੰ ਥੱਲੇ ਖਿਆਰ ਕੇ ਸੁੱਚੇ ਨੂੰ ਤਾਂ ਉਹਦੇ ਨਾਲ ਫਾਂਸੀ ਦੇ ਕੇ ਗੱਡਾ ਥੱਲੇ ਖਿੱਚਿਆ ਗਿਆ ਤਾਂ ਸੁੱਚਾ ਫਿਰ ਇਸ ਤਰੀਕੇ ਨਾਲ ਇੱਥੇ ਫਾਂਸੀ ਲੱਗਿਆ ਸੀ। ਉਸ ਸਾਹਮਣੀ ਜਗ੍ਹਾ 'ਤੇ ਜੰਡ ਕਾਇਮ ਸੀ। ਕੁਛ ਸਮਾਂ ਪਾ ਕੇ ਉਹ ਆਪਦੀ ਹੋਂਦ ਗਵਾ ਬੈਠਾ, ਪਰ ਉੱਥੇ ਹੁਣ ਵੀ ਇੱਕ ਛੋਟੀ ਜਿਹੀ ਜੰਡੀ ਮੌਜੂਦ ਹੈ ਜੋ ਉਹਨੂੰ ਇਤਿਹਾਸ ਨੂੰ ਪ੍ਰਪੁਖਤਾ ਕਰਦੀ ਹੈ। ਅੰਗਰੇਜ਼ ਸਰਕਾਰ ਦਾ ਹੁਕਮ ਸੀ ਬਾਬਾ ਜੀ? ਹਾਂਜੀ, ਇਹ ਜਿਹੜਾ ਅੰਗਰੇਜ਼ ਸਰਕਾਰ ਦਾ ਜੇਲ੍ਹ ਮੈਨੂਅਲ ਕੀ ਕਹਿੰਦਾ ਸੀ ਉਦੋਂ ਦਾ, ਉਹ ਇਹ ਕਹਿੰਦਾ ਸੀ ਵੀ ਜਿੱਥੇ ਕਤਲ ਕੀਤਾ ਜਾਂਦਾ ਉਹ ਸਾਵੀਂ ਜਗ੍ਹਾ 'ਤੇ ਲਿਆ ਕੇ ਬੰਦੇ ਨੂੰ ਫਾਂਸੀ ਦਿੰਦੇ ਸੀ ਉਹ ਅੰਗਰੇਜ਼, ਕਿ ਤਾਂ ਕਿ ਲੋਕਾਂ 'ਚ ਦਹਿਸ਼ਤ ਬਣੀ ਰਹੇ। ਫਾਂਸੀ ਦੇਖਣ ਕੌਣ ਕੌਣ ਆਏ ਸੀਗੇ? ਇਹ ਤਾਂ ਫਾਂਸੀ ਸਾਡੇ ਬਾਬੇ ਵਰਗੇ ਦੱਸਦੇ ਹੁੰਦੇ ਸੀਗੇ ਜੀ, ਵੀ ਘੋੜਿਆਂ 'ਤੇ ਬਹੁਤ ਵੱਡੀ ਫੋਰਸ ਆਈ ਸੀ। ਇੱਕ ਬਖਤ ਗੱਡੀ ਦੇ ਵਿੱਚ ਸੁੱਚੇ ਨੂੰ ਲਿਆਂਦਾ ਗਿਆ, ਬਸ ਸੁੱਚੇ ਨੂੰ ਕਿਸੇ ਨਾਲ ਗੱਲ ਨਹੀਂ ਕਰਨ ਦਿੱਤੀ ਕਿ ਦੂਰੋਂ ਲੋਕ ਦੇਖਦੇ ਰਹੇ। ਅਤੇ ਸੁੱਚੇ ਨੇ ਉੱਚੀ ਆਵਾਜ਼ ਵਿੱਚ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ ਸੀ ਵੀ ਘਬਰਾਓ ਨਾ, ਮੈਂ ਆਪਦੀ ਸਮਾਂ ਮੇਰਾ ਪੂਰਾ ਹੋ ਗਿਆ, ਮੈਂ ਜਾ ਰਿਹਾ, ਪਰ ਮੈਂ ਤੁਹਾਨੂੰ ਇੱਕ ਨਿਸ਼ਾਨੀ ਦੇ ਕੇ ਜਾਣਾ, ਮੇਰੇ ਪ੍ਰਾਣ ਜਾਣ ਤੋਂ ਬਾਅਦ ਬੱਦਲ ਕੜਕੂਆ, ਹਨੇਰੀ ਆਊ। ਅਤੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਬਾਬੇ ਵਰਗੇ, ਵੀ ਵਾਕਿਆ ਉਵੇਂ ਹੋਇਆ, ਹਨੇਰੀ ਆਈ, ਮੀਂਹ ਪਿਆ। ਅਤੇ ਉਸ ਤੋਂ ਬਾਅਦ ਦੀ ਸਟੋਰੀ ਦਾ ਅੰਗਰੇਜ਼ ਸਰਕਾਰ ਜਾਣਦੀ ਸੀ, ਉਹਦੇ ਬਾਰੇ ਕਿਸੇ ਨੂੰ ਪੁਖਤਾ ਸਬੂਤ ਨਹੀਂ ਗਾ। ਭਾਈ ਨਰਾਇਣ ਸਿੰਘ ਆਏ ਸੀਗੇ ਜੀ ਇੱਥੇ ਫਾਂਸੀ ਵੇਲੇ? ਉਹ ਕਹਿੰਦੇ ਆ ਜੀ, ਇਤਿਹਾਸ ਕਹਿੰਦਾ ਜਾਂ ਲੋਕ ਕਹਿੰਦੇ ਆ, ਪਰ ਪੱਕਾ ਨਹੀਂ ਕਹਿ ਸਕਦੇ। ਪਰ ਉਹ ਕਹਿੰਦੇ ਆ ਵੀ ਜੇ ਸੁੱਚਾ ਮਿਹਣਾ ਮਾਰਦਾ ਵੀ ਜੇ ਨਰਾਇਣਿਆ ਮੇਰੀ ਜਗ੍ਹਾ ਤੂੰ ਹੁੰਦਾ, ਮੈਂ ਇੱਥੇ ਤੈਨੂੰ ਛੁਡਾ ਕੇ ਲੈ ਜਾਣਾ ਸੀ। ਸਮਾਂ ਕਿੰਨਾ ਹੋ ਗਿਆ ਬਾਈ ਫਾਂਸੀ ਲੱਗੇ ਨੂੰ? ਫਾਂਸੀ ਲੱਗੇ ਨੂੰ ਜੀ ਇਹ 1916 ਦੀ ਗੱਲ ਹੈ, 105 ਸਾਲ ਹੋ ਗਏ। ਤੇ ਇਤਿਹਾਸਕ ਜਿਹੜੀਆਂ ਯਾਦਗਾਰਾਂ ਬਣਾਈਆਂ ਨੇ, ਤੁਸੀਂ ਥੋੜਾ ਜਿਹਾ ਲੇਟ ਬਣਾਈਆਂ ਗਈਆਂ, ਕੋਈ ਇਹਦੇ ਵਿੱਚ ਕੀ ਕਾਰਨ? ਇਹ ਕਾਰਨ ਤਾਂ ਇਹੀ ਹੈ ਜੀ, ਇਹ ਜਿਹੜਾ ਪਰਿਵਾਰ ਹੈ ਨਾ ਮੱਲੇਗਾ, ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ, ਸੰਪੰਨ ਪਰਿਵਾਰ ਸੀਗਾ। ਇਹਨਾਂ ਦੇ ਬਜ਼ੁਰਗਾਂ ਦੀ ਇਹਨਾਂ ਨਾਲ ਸੁੱਚੇ ਨਾਲ ਬੋਲਬਾਲ ਵੀ ਹੁੰਦੀ ਸੀ, ਆੜੀ ਕਹਿ ਲਓ, ਜਾਰੀ ਕਹਿ ਲਓ। ਸਮਾਂ ਪਾ ਕੇ ਹੁਣ ਕਈ ਸਾਲ ਹੋ ਗਏ, ਇਹਨਾਂ ਦੇ ਕੋਈ ਘਰ ਦੇ ਵਿੱਚ ਕੋਈ ਦੁੱਖ ਤਕਲੀਫ ਮਹਿਸੂਸ ਹੋਇਆ ਇਹਨਾਂ ਨੂੰ, ਇਹਨਾਂ ਨੇ ਕਿਸੇ ਆਮ ਬੰਦੇ ਤੋਂ ਜਾਂ ਕਿਸੇ ਸਿਆਣੇ ਤੋਂ, ਕਿਸੇ ਤੋਂ ਹੀ ਕਹਿ ਲਓ ਵੀ ਸਾਧ ਸੰਤ ਤੋਂ, ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਇੱਥੇ ਉਹਨਾਂ ਦੀ ਸਮਾਧ ਬਣਾਓ, ਤੁਹਾਡੇ ਦੁੱਖ ਦਰਦ ਦੂਰ ਹੋ ਜਾਣਗੇ। ਮਿੱਤਰੋ, ਜਦੋਂ ਸੁੱਚਾ ਸਿੰਘ ਸੂਰਮੇ ਨੂੰ ਫਾਂਸੀ ਦੀ ਬਿਲਕੁਲ ਤਿਆਰੀ ਹੋ ਗਈ ਸੀ ਜਾਂ ਹੋ ਰਹੀ ਸੀ, ਤਾਂ ਉਹਦੇ ਯਾਰ ਮਿੱਤਰਾਂ ਨੂੰ ਕਨਸੋਲ ਲੱਗੀ, ਉਹ ਆਪਦੇ ਸਮੇਂ ਮੁਤਾਬਕ ਚੱਲ ਪਏ। ਤਾਂ ਉਦੋਂ ਇੰਨੇ ਹੀਲੇ ਵਸੀਲੇ ਨਹੀਂ ਹੁੰਦੇ ਸੀ। ਉਹਨਾਂ ਨੂੰ ਦੋ ਫਾਟਕਾਂ ਦਾ ਨਾਮ ਦਿੱਤਾ ਗਿਆ, ਇੱਕ ਗਹਿਰੀ ਭਾਗੀ ਵਾਲਾ ਫਾਟਕ, ਇੱਕ ਜੋਧਪੁਰ ਵਾਲਾ। ਉਹ ਟਪਕਾ ਖਾ ਕੇ ਜੋਧਪੁਰ ਵਾਲੇ ਫਾਟਕ ਨੂੰ ਚਲੇ ਗਏ। ਇੰਨੇ ਚਿਰ ਨੂੰ ਉਹ ਪ੍ਰਕਿਰਿਆ ਪੂਰੀ ਹੋ ਗਈ ਅਤੇ ਸੁੱਚੇ ਸਿੰਘ ਨੂੰ ਫਾਂਸੀ ਦਿੱਤੀ ਗਈ। ਸਾਥੀਓ, ਇੱਥੇ ਇੱਕ ਜੰਡ ਹੁੰਦਾ ਸੀ, ਉਹ ਜੰਡ ਹੌਲੀ ਹੌਲੀ ਆਪਦੀ ਹੋਂਦ ਗਵਾ ਬੈਠਾ, ਪਰ ਇਸ ਪਰਿਵਾਰ ਨੇ ਉਸ ਜੰਡ ਦੀ ਜਗ੍ਹਾ ਇੱਕ ਹੁਣ ਵੀ ਛੋਟੀ ਜਿਹੀ ਜੰਡੀ ਨੂੰ ਪਾਲ ਰੱਖਿਆ। ਉਹ ਤੁਹਾਡੇ ਸਾਹਮਣੇ ਹੁਣ ਵੀ ਮੌਜੂਦ ਹੈ। ਆਓ ਆਪਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰੀਏ। ਸੁੱਚਾ ਸਿੰਘ ਸੂਰਮਾ ਦੀ ਜਿਹੜੀ ਕਹਾਣੀ ਹੈ, ਇਤਿਹਾਸ ਹੈ, ਉਹ ਕੀ ਹੈ। ਆਪਾਂ ਅੱਜ ਮੇਨ ਸੱਥ ਦੇ ਵਿੱਚ ਬੈਠੇ ਹਾਂ, ਪਿੰਡ ਗਹਿਰੀ ਭਾਗੀ, ਉੱਥੋਂ ਦੇ ਵਸਨੀਕਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਇਹ ਦੱਸੋ ਸੁੱਚਾ ਸਿੰਘ ਸੂਰਮਾ ਦਾ ਜਨਮ ਕਦੋਂ ਹੋਇਆ ਸੀਗਾ ਜੀ?
ਸੁੱਚਾ ਸਿੰਘ ਸੂਰਮਾ ਦਾ ਜਨਮ ਜੀ 1871 ਈਸਵੀ ਵਿੱਚ ਹੋਇਆ ਸੀਗਾ ਜੀ। ਪਿੰਡ ਸਮਾਉਂ ਸੀਗਾ ਜੀ, ਜੋ ਕਿ ਪਹਿਲਾਂ ਬਠਿੰਡੇ ਜ਼ਿਲ੍ਹੇ 'ਚ ਸੀਗਾ ਪੈਂਦਾ ਪਿੰਡ ਸਮਾਉਂ, ਅੱਜ ਉਹ ਮਾਨਸਾ ਜ਼ਿਲ੍ਹੇ 'ਚ ਚਲੇ ਗਿਆ। ਉਸ ਤੋਂ ਬਾਅਦ ਉਹ ਜਮੰਦੇ ਸੀਗੇ, 2 ਘਰ ਉਹਨਾਂ ਦੇ ਆ ਕੇ ਗਹਿਰੀ ਵਸੇ ਹੋਏ ਸੀਗੇ। ਗਾਂ ਜਾਣੀ ਕਿ ਚਾਚੇ ਦਾ ਕਰਕੇ ਵੀ ਉਹਦੇ ਇੱਥੇ ਨਾਨਕੇ ਢੇਰੀ ਬਣ ਗਈ ਸੀਗੀ, ਇਸ ਕਰਕੇ ਉਹ ਬਹੁਤ ਚਿਰ ਜ਼ਿਆਦਾ ਚਿਰ ਆਪਣੇ ਪਿੰਡ ਇੱਥੇ ਗਹਿਰੀ ਭਾਗੀ ਹੀ ਵਸੇ ਰਹੇ। ਉਸ ਟਾਈਮ ਦੀ ਕੋਈ ਵਿੱਦਿਆ, ਜਿਵੇਂ ਪੜ੍ਹਾਈ ਕਹਿ ਦਿੰਦੇ ਜੀ ਆਪਾਂ, ਉਸ ਬਾਰੇ ਕੋਈ ਜਾਣਕਾਰੀ ਸਾਂਝੀ ਕਰੋ ਜੀ। ਵਿੱਦਿਆ ਤਾਂ ਉਸ ਵੇਲੇ ਕੋਈ ਐਡੀ ਨਹੀਂ ਸੀਗੀ ਜੀ, ਬਾਕੀ ਜਿਵੇਂ ਸਾਡੇ ਡੇਰੇ ਹੈ ਜੀ, ਜਾਂ ਕੋਈ ਗੁਰੂ ਘਰ ਹੈ, ਜਾਂ ਕੋਈ ਆਪਣੇ ਪੰਡਤ ਸੀਗੇ ਜੀ, ਜਿਨ੍ਹਾਂ ਨੂੰ ਆਪਾਂ ਖੱਤਰੀ ਵੀ ਕਹਿ ਦਿੰਦੇ ਆ, ਉਹਨਾਂ ਕੋਲੇ ਕੋਈ ਮਾੜੀ ਮੋਟੀ ਪੜ੍ਹਦੇ ਕਰਦੇ ਸੀਗੇ ਜੀ। ਅਤੇ ਉਸ ਤੋਂ ਬਸ ਪੜ੍ਹ ਕਰਕੇ ਉਹ ਫੌਜ ਦੇ ਵਿੱਚ ਚਲੇ ਗਏ। ਫੌਜ ਦੇ ਵਿੱਚੋਂ ਵਾਪਸ ਆ ਗਏ, ਫਿਰ ਉਹ ਕਿਸੇ ਕਾਰਨ ਕਰਕੇ ਫੌਜ 'ਚੋਂ ਉਹਨਾਂ ਨੇ ਫਿਰ ਆਉਣ ਵੇਲੇ ਉੱਥੋਂ ਜਿਹੜਾ ਉਹਨਾਂ ਦਾ ਮੁਖੀ ਸੀਗਾ, ਉਹ ਤੋਂ ਇੱਕ ਬੰਦੂਕ ਮੰਗ ਲਈ ਵੀ ਮੈਨੂੰ ਜ਼ਰੂਰਤ ਹੈਗੀ। ਉਹਨਾਂ ਨੇ ਬੰਦੂਕ ਦੇ ਦਿੱਤੀ, ਉਹ ਲੈ ਕੇ ਵਾਪਸ ਫਿਰ ਆਪਣੇ ਇੱਧਰ ਹੀ ਘੁੰਮਦੇ ਫਿਰਦੇ ਰਹੇ ਕੁਛ ਚਿਰ। ਅਤੇ ਰਸਤੇ ਦੇ ਵਿੱਚ ਕਿਤੇ ਬੁੱਚੜ ਮਿਲ ਗਏ ਉਹਨਾਂ ਨੂੰ, ਉਹ ਗਾਈਆਂ ਗੂਈਆਂ ਵੱਢ ਰਹੇ ਸੀਗੇ, ਉਸ ਕਰਕੇ ਵੀ ਉਹਨਾਂ ਨੇ ਫਿਰ ਉਹ ਸੀਦਾ 7-8 ਜਣੇ, ਪਰ ਦਿਖਾਉਣ ਵਾਲੇ ਇਹ ਦਿਖਾ ਰਹੇ ਹਨ ਵੀ 5-6 ਸੀਗੇ, ਉਹਨਾਂ ਨੂੰ ਫਿਰ ਮਾਰਤਾ ਸੀਗਾ ਜੀ ਉੱਥੇ। ਸੁੱਚਾ ਸਿੰਘ ਜੀ ਦੇ ਨਾਮ ਨਾਲ ਸੂਰਮਾ ਸ਼ਬਦ ਆ, ਜਿਹੜਾ ਸੂਰਮਾ ਸ਼ਬਦ ਉਹ ਕਦੋਂ ਪਿਆ ਜੀ? ਸੂਰਮਾ ਸ਼ਬਦ ਜਦੋਂ ਤਾਂ ਉਹਨਾਂ ਨੇ ਬੁੱਚੜਾਂ ਨੂੰ ਮਾਰਿਆ ਜੀ, ਬਾਕੀ ਉਹਨਾਂ ਨੇ ਇਕੱਲਿਆਂ ਨਹੀਂ ਸਾਰਾ ਕੰਮ ਕੀਤਾ ਜੀ। ਇਹ ਸੂਰਮਾ ਸ਼ਬਦ ਉਸ ਵੇਲੇ ਪੈ ਗਿਆ ਜੀ ਜਦੋਂ ਕਿ ਉਹ ਸਾਰਾ ਕੰਮ ਇਕੱਲੇ ਹੀ ਕਰਦੇ ਸੀਗੇ, ਅਤੇ ਉਹਨਾਂ ਨੇ ਆਪਦਾ ਹੋਰ ਸੰਗੀ ਸਾਥੀ ਕੋਈ ਨਾਲ ਨਹੀਂ ਟੋਲਾ ਰਲਾਇਆ ਸੀਗਾ। ਇਸ ਕਰਕੇ ਉਹ ਸੁੱਚਾ ਸਿੰਘ ਸੂਰਮਾ, ਉਹਨਾਂ ਦਾ ਸਮਾਉਂ ਦੇ ਪਿੰਡ ਦੇ ਨਾਲ ਕਰਕੇ ਅਤੇ ਗਹਿਰੀ ਭਾਗੀ ਦੇ ਨਾਲ ਜ਼ਿਆਦਾ ਰਾਬਤਾ ਰਹਿਣ ਕਰਕੇ ਸੁੱਚਾ ਸਿੰਘ ਸੂਰਮਾ ਪਿੰਡ ਪੈ ਗਿਆ। ਤੁਹਾਡੇ ਪਿੰਡ ਦੇ ਵਿੱਚ ਆ ਕੇ ਇਹ ਪਤਾ ਲੱਗਿਆ ਵੀ ਸੰਤ ਸਿੰਘ ਦੇ ਨਾਲ ਸੁੱਚਾ ਸਿੰਘ ਦੇ ਕੀ ਰਿਸ਼ਤੇਦਾਰੀ ਸੀਗੀ ਜੀ? ਉਹਨਾਂ ਦੇ ਨਾਲ ਤਾਂ ਉਹਨਾਂ ਰਿਲੇਸ਼ਨ ਤਾਂ ਬਹੁਤ ਡੂੰਘੇ ਵਿਚਾਰ ਸੀਗੇ ਜੀ, ਆਪਸ ਵਿੱਚ ਗੱਲਾਂ ਬਾਤਾਂ ਰੋਜ਼ਾਨਾ ਕਰਦੇ ਸੀਗੇ। ਸਾਨੂੰ ਤਾਂ ਨਹੀਂ ਪਤਾ ਖੈਰ, ਪਰ ਬਜ਼ੁਰਗਾਂ ਤੋਂ ਸਾਨੂੰ ਪਤਾ ਹੈਗਾ ਵੀ ਯਾਨੀ ਕਿ ਉਹਨਾਂ ਨਾਲ ਹੀ ਜ਼ਿਆਦਾ ਉਹ ਜੋ ਕੋਈ ਉਹਨਾਂ ਨਾਲ ਕੋਈ ਗੱਲਬਾਤ ਕਰਨੀ ਜਾਂ ਕੋਈ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਾ, ਉਹ ਉਹਨਾਂ ਨਾਲ ਹੀ ਕਰਦੇ ਸੀਗੇ। ਸੰਤ ਸਿੰਘ ਨੇ ਸੁੱਚਾ ਸਿੰਘ ਨੂੰ ਕੀ ਫਰਿਆਦ ਕੀਤੀ ਸੀ ਆਪਣੇ, ਜੇ ਉਹ ਰਾਜ ਕੌਰ ਹੈ ਔਰ ਗੱਜਣ ਸਿੰਘ ਹੈ, ਉਹਦੇ ਕਤਲ ਬਾਰੇ ਸੁੱਚਾ ਸਿੰਘ ਨੇ ਸੁਣਿਆ ਵੀ ਇਨਕਾਰ ਕਰਤਾ ਸੀ, ਇਹ ਮੇਰੇ ਤੋਂ ਹੁੰਦਾ ਨਹੀਂ ਹੈਗਾ। ਫਿਰ ਉਹਨਾਂ ਨੂੰ ਮਨਾਉਣ ਲਈ ਸੰਤ ਸਿੰਘ ਨੇ ਸੁੱਚਾ ਸਿੰਘ ਨੂੰ ਕਿਸ ਢੰਗ ਨਾਲ ਮਨਾਇਆ ਅਤੇ ਕੀ ਕਿਹਾ ਸੀ? ਉਹਦੇ ਵਿੱਚ ਇਹ ਸੀਗਾ ਜੀ ਕਿ ਗੱਜਣ ਸੀਗਾ ਨਾ, ਉਹ ਥੋੜ੍ਹਾ ਜਿਹਾ ਜ਼ਿਆਦਾ ਹੀ ਤੰਗ ਕਰਨ ਲੱਗ ਗਿਆ ਸੀਗਾ ਜੀ। ਇਸ ਕਰਕੇ ਵੀ ਸੰਤ ਸਿੰਘ ਕਹਿੰਦਾ ਵੀ ਹੁਣ ਤਾਂ ਯਾਰ ਗੱਲ ਹੱਦੋਂ ਹੀ ਟੱਪਦੀ ਜਾਂਦੀ ਹੈ, ਵੀ ਤੈਨੂੰ ਇਹ ਜਾਣੀ ਕਿ ਸਿਰੋਂ ਪਾਣੀ ਲੰਘਦਾ ਜਾਂਦਾ, ਵੀ ਤੈਨੂੰ ਕੰਮ ਕਰਨਾ ਪਊਗਾ, ਇਹ ਕਿਸੇ ਲੋਟ ਵੀ ਕਰ, ਅਤੇ ਵੀ ਸਾਡੇ ਵੱਸੋਂ ਬਾਹਰ ਹੈ, ਤੈਨੂੰ ਕਰਕੇ ਜਾਣਾ ਪਊਗਾ, ਇਹ ਚਾਹੇ ਅੱਜ ਕਰ ਅਤੇ ਚਾਹੇ ਕਦੋਂ ਮਰਜ਼ੀ ਕਰ। ਇਹ ਸਾਨੂੰ ਬਜ਼ੁਰਗਾਂ ਤੋਂ ਪਤਾ ਲੱਗਿਆ, ਅਸੀਂ ਤਾਂ ਨਹੀਂ ਇਸ ਬਾਰੇ ਕੁਛ। ਅਤੇ 2 ਕਤਲ ਕਰਨ ਤੋਂ ਬਾਅਦ ਕੋਈ ਤੀਜਾ ਕਤਲ ਵੀ ਦੇਖਣ ਦੇ ਵਿੱਚ ਕਹਾਣੀਕਾਰਾਂ ਨੇ ਦੱਸਿਆ ਗਿਆ ਕਿ ਕੋਈ 3 ਕਤਲ ਕੀਤੇ ਸੀਗੇ, ਇਹ ਵੀ ਹੋ ਸਕਦਾ ਇੱਥੇ ਜੀ? ਹਾਂਜੀ, ਤੁਹਾਡੇ ਪਿੰਡ? ਹਾਂ, ਸਾਡੇ ਪਿੰਡ ਉਹ ਤੀਜੇ ਸੀਗੇ ਜਾਂਦੇ ਹੋਏ, ਜਿਹੜੀ ਉਹ ਵਿਚੋਲਣ ਸੀਗੀ ਜੀ, ਉਹਦੇ ਮਾਰਿਆ ਸੀਗਾ ਜੀ ਫਾਇਰ, ਉਹ ਤਾਂ ਬਚ ਗਈ ਸੀਗੀ ਜੀ। ਕਿਹਨਾਂ ਦੇ ਬਿਆਨਾਂ 'ਤੇ ਆਪਣਾ ਸੁੱਚਾ ਸਿੰਘ ਸੂਰਮਾ ਨੂੰ ਫਾਂਸੀ ਲੱਗੀ ਸੀਗੀ? ਉਹ ਜੇ ਬਚੀ ਸੀਗੀ ਜੀ ਉਸੇ ਦੇ, ਉਹਦਾ ਨਾਂ ਨਹੀਂ ਮੇਰੇ ਯਾਦ ਜੀ, ਬਜ਼ੁਰਗਾਂ ਨੂੰ ਤਾਂ ਪਤਾ, ਹਰ ਬਜ਼ੁਰਗ ਘਰੇ ਆ, ਸ਼ਾਇਦ ਉਹਨਾਂ ਨੂੰ ਪਤਾ ਹੋਵੇ, ਪਰ ਤੁਸੀਂ ਲਿਖ ਲਿਆ ਹੋਊਗਾ ਉਹ। ਅਤੇ ਉਹਨਾਂ ਦੇ ਬਿਆਨਾਂ 'ਤੇ ਉਹਨਾਂ ਨੂੰ ਫਾਂਸੀ ਹੋ ਗਈ ਸੀ, ਜਿਨ੍ਹਾਂ ਦੇ ਟੇਰਨ ਵੜ ਗਿਆ ਸੀਗਾ ਬੱਖੀ 'ਚ। ਸੁੱਚਾ ਸਿੰਘ ਸੂਰਮਾ ਨੂੰ ਫਾਂਸੀ ਦੇਣ ਵੇਲੇ ਕਿੰਨਾ ਇਕੱਠ ਹੋਇਆ? ਪਿੰਡ ਦੇ ਆਸ-ਪਾਸ ਤੋਂ ਵੀ ਲੋਕ ਵੀ ਆਏ, ਤੁਹਾਡੇ ਪਿੰਡੋਂ ਤਾਂ ਦੇਖੋ ਸਾਰਾ ਇਕੱਠ ਹੋਊਗਾ ਹੀ ਹੋਊਗਾ, ਅਤੇ ਆਸੇ-ਪਾਸੇ ਤੋਂ ਵੀ ਲੋਕ ਆਏ। ਉਸ ਵੇਲੇ ਜੀ ਅੰਗਰੇਜ਼ਾਂ ਦਾ ਰਾਜ ਸੀਗਾ, ਅਤੇ ਉਦੋਂ ਢੰਡੋਰਾ ਪਿੱਟਦੇ ਹੁੰਦੇ ਸੀਗੇ ਵੀ ਅੱਜ ਫਲਾਣੇ ਬੰਦੇ ਨੂੰ ਫਾਂਸੀ ਦੇਣੀ ਹੈ। ਇਸ ਕਰਕੇ ਉਦੋਂ ਪਿੰਡ ਸਾਡੇ ਨਾਲ ਸ਼ੇਰਗੜ੍ਹ ਲੱਗਦਾ, ਮਹਿਤਾ ਜੀ, ਜਿਵੇਂ ਸਾਡਾ ਗਹਿਰੀ ਭਾਗੀ ਹੋ ਗਿਆ, ਹੋਰ ਵੀ ਪਿੰਡ ਆਸੇ-ਪਾਸੇ ਜਿੰਨੇ ਵੀ ਲੱਗਦੇ ਆ, ਉਹਨਾਂ ਪਿੰਡਾਂ 'ਚੋਂ ਵੀ ਬੰਦੇ ਆਏ। ਸਾਡੇ ਪਿੰਡ ਇਸ ਦਰਵਾਜ਼ੇ ਦੀ ਛੱਤ ਪੈਂਦੀ ਸੀਗੀ, ਇਹ ਵੀ ਉਹਦੇ ਰੋਕਤੀ ਸੀਗੀ। ਇਸ ਕਰਕੇ ਰੋਕਣੇ ਕਰਕੇ ਸਾਰਾ ਪਿੰਡ ਹੀ ਉੱਥੇ, ਸਾਡਾ ਤਾਂ ਤਕਰੀਬਨ ਸਾਰਾ ਪਿੰਡ ਹੀ ਪਹੁੰਚ ਗਿਆ ਸੀ। ਬਜ਼ੁਰਗਾਂ ਦੇ ਕਹਿਣ ਮੁਤਾਬਕ ਅੰਗਰੇਜ਼ਾਂ ਦਾ ਰਾਜ ਸੀਗਾ, ਉਹਨਾਂ ਨੇ ਫਿਰ ਆਪਦਾ ਜਿਹੜਾ ਫਾਂਸੀ ਵਾਲਾ ਕੱਪੜਾ ਸੀਗਾ, ਉਹ ਵੀ ਉਹਨਾਂ ਨੇ ਆਪ ਹੀ ਆਪਦੇ ਗਲ 'ਚ ਪਾ ਕੇ, ਸੁੱਚਾ ਸਿੰਘ ਸੂਰਮੇ ਨੇ ਆਪਦੇ ਸਿਰ 'ਤੇ ਆਪਣੇ ਗਲ 'ਚ ਬੰਨ੍ਹ ਕੇ, ਇਸ ਕਰਕੇ ਵੀ ਕੱਲ੍ਹ ਨੂੰ ਮੈਂ ਸੁੱਚਾ ਸਿੰਘ ਸੂਰਮਾ ਸ਼ਹੀਦ ਦੇ ਤੌਰ 'ਤੇ ਜਾਣਿਆ ਜਾਵਾਂ, ਵੀ ਇਹ ਨਾ ਵੀ ਲੋਕ ਮੈਨੂੰ ਇਹ ਬਾਅਦ 'ਚ ਆਖਣ ਵੀ ਕਿ ਡਰਪੋਕ ਬੰਦਾ ਸੀਗਾ। ਅਤੇ ਸਾਰਾ ਪਿੰਡ ਹੀ ਜਾਣੀ ਕਿ ਉੱਥੇ ਇਕੱਠਾ ਹੋ ਗਿਆ ਸੀਗਾ ਜਦੋਂ